ਗੁੱਡ ਮਾਰਨਿੰਗ ਆਲ ਡੀਅਰ ਸਟੂਡੈਂਟਸ। ਅੱਜ ਅਸੀਂ 29 ਜੁਲਾਈ 2020 ਦਾ ਜੋ ਕੰਮ ਆਇਆ, ਅੱਜ ਅਸੀਂ ਪਾਠ ਸ਼ੁਰੂ ਕਰਨਾ। ਪਾਠ ਨੰਬਰ 12 ਪੇਂਡੂ ਜੀਵਨ ਅਤੇ ਸਮਾਜ। ਇਸ ਦੇ ਬਾਰੇ ਅਸੀਂ ਪੜ੍ਹਾਂਗੇ ਅੰਗਰੇਜ਼ਾਂ ਦੀਆਂ ਖੇਤੀਬਾੜੀ ਸੰਬੰਧੀ ਨੀਤੀਆਂ। ਕਿਉਂਕਿ ਅੰਗਰੇਜ਼ੀ ਸਮਰਾਜ ਸਮੇਂ ਭਾਰਤ ਵਿੱਚ ਬਹੁਤ ਸਾਰੀਆਂ ਆਰਥਿਕ ਤਬਦੀਲੀਆਂ ਹੋਈਆਂ। ਅੰਗਰੇਜ਼ਾਂ ਦੁਆਰਾ ਅਪਣਾਈਆਂ ਗਈਆਂ ਆਰਥਿਕ ਨੀਤੀਆਂ ਕਾਰਨ ਭਾਰਤੀ ਉਦਯੋਗ ਤਬਾਹ ਹੋ ਗਏ ਸਨ। ਅੰਗਰੇਜ਼ਾਂ ਨੇ ਭਾਰਤ ਵਿੱਚ ਕੁਝ ਨਵੇਂ ਉਦਯੋਗਾਂ ਦੀ ਸਥਾਪਨਾ ਕੀਤੀ, ਜਿਨ੍ਹਾਂ ਦਾ ਉਦੇਸ਼ ਅੰਗਰੇਜ਼ਾਂ ਦੇ ਸਵਾਰਥ ਨੂੰ ਪੂਰਾ ਕਰਨਾ ਸੀ। ਅੰਗਰੇਜ਼ਾਂ ਨੇ ਭਾਰਤ ਵਿੱਚ ਲਗਾਨ ਇਕੱਠਾ ਕਰਨ ਦੇ ਸਥਾਈ ਬੰਦੋਬਸਤ, ਰੇਤੀਆਬਾੜੀ ਪ੍ਰਬੰਧ ਅਤੇ ਮਹਿਲਵਾੜੀ ਪ੍ਰਬੰਧ ਸ਼ੁਰੂ ਕੀਤੇ, ਜਿਨ੍ਹਾਂ ਦੇ ਬਾਰੇ ਅਸੀਂ ਅੱਜ ਪੜ੍ਹਾਂਗੇ। ਕਿਉਂਕਿ ਜਿਹੜੀ ਅੰਗਰੇਜ਼ਾਂ ਦੀ ਆਰਥਿਕ ਨੀਤੀ ਸੀ, ਉਹ ਸੀ ਭਾਰਤ ਦਾ ਵੱਧ ਤੋਂ ਵੱਧ ਆਰਥਿਕ ਸ਼ੋਸ਼ਣ ਕਰਨਾ, ਕਿ ਭਾਰਤ ਦੇ ਵਿੱਚੋਂ ਪੈਸਾ ਕਮਾ ਕੇ ਕਿਵੇਂ ਇੰਗਲੈਂਡ ਦੇ ਵਿੱਚ ਲਿਜਾਇਆ ਜਾ ਸਕੇ। ਇਹ ਹੀ ਅੰਗਰੇਜ਼ਾਂ ਦੀ ਆਰਥਿਕ ਨੀਤੀ ਸੀ। ਭਾਰਤ ਵਿੱਚ ਅੰਗਰੇਜ਼ਾਂ ਦੀਆਂ ਖੇਤੀਬਾੜੀ ਸੰਬੰਧੀ ਨੀਤੀਆਂ ਦਾ ਮੁੱਖ ਉਦੇਸ਼ ਭਾਰਤ ਵਿੱਚੋਂ ਵੱਧ ਤੋਂ ਵੱਧ ਧਨ ਇਕੱਠਾ ਕਰਨਾ ਸੀ। ਅੰਗਰੇਜ਼ਾਂ ਨੇ ਇਸ ਉਦੇਸ਼ ਨੂੰ ਮੁੱਖ ਰੱਖਦੇ ਹੋਏ ਵੱਖ-ਵੱਖ ਲਗਾਨ ਪ੍ਰਣਾਲੀਆਂ ਲਾਗੂ ਕੀਤੀਆਂ। 1764 ਦੇ ਵਿੱਚ ਲੜਾਈ ਹੋਈ ਸੀ ਬਕਸਰ ਦੀ, ਜਿਸ ਵਿੱਚ ਜਿੱਤ ਹੋਈ ਸੀ ਅੰਗਰੇਜ਼ਾਂ ਦੀ। ਤਾਂ ਉਸ ਦੇ ਤਹਿਤ ਇੱਕ ਸੰਧੀ ਹੋਈ ਸੀ, ਅਤੇ ਉਸ ਸੰਧੀ ਦੇ ਤਹਿਤ ਬੰਗਾਲ, ਬਿਹਾਰ ਅਤੇ ਉੜੀਸਾ ਪ੍ਰਾਂਤਾਂ ਦੀ ਦੀਵਾਨੀ ਪ੍ਰਾਪਤ ਕਰ ਲਈ ਸੀ ਅੰਗਰੇਜ਼ਾਂ ਨੇ। ਭਾਵ ਜੋ ਉੱਥੋਂ ਦਾ ਕਰ ਸੀ, ਉੱਥੋਂ ਦਾ ਰੈਵਨਿਊ ਸੀ, ਉਸ ਦਾ ਅਧਿਕਾਰ ਅੰਗਰੇਜ਼ਾਂ ਨੂੰ ਪ੍ਰਾਪਤ ਹੋ ਗਿਆ ਸੀ। ਪਰ ਉਸ ਨੂੰ ਇਕੱਠਾ ਕਰਨ ਦਾ ਕੰਮ ਅਜੇ ਅੰਗਰੇਜ਼ਾਂ ਨੇ ਆਪਣੇ ਹੱਥ ਵਿੱਚ ਨਾ ਲਿਆ, ਸਗੋਂ ਭੂਮੀ ਲਗਾਨ ਇਕੱਠਾ ਕਰਨ ਦਾ ਕੰਮ ਆਮਿਲਾਂ ਨੂੰ ਸੌਂਪ ਦਿੱਤਾ। ਸਭ ਤੋਂ ਪਹਿਲਾਂ ਠੇਕੇ 'ਤੇ ਭੂਮੀ ਦੇਣ ਦਾ ਪ੍ਰਬੰਧ ਜਾਂ ਇਜਾਰੇਦਾਰੀ। 1773 ਵਿੱਚ ਰੈਗੂਲੇਟਿੰਗ ਐਕਟ ਪਾਸ ਹੋਇਆ ਸੀ। 1773 ਦਾ ਰੈਗੂਲੇਟਿੰਗ ਐਕਟ, ਤਾਂ ਜੋ ਈਸਟ ਇੰਡੀਆ ਕੰਪਨੀ ਦੇ ਜੋ ਕੰਮ ਨੇ ਉਹਨਾਂ ਦੇ ਉੱਤੇ ਇੰਗਲੈਂਡ ਦੀ ਸਰਕਾਰ ਰੋਕ ਲਗਾ ਸਕੇ, ਭਾਵ ਉਹਨਾਂ ਦੇ ਕੰਮਾਂ ਨੂੰ ਆਪਣੇ ਅਧੀਨ ਕਰ ਸਕੇ, ਤਾਂ ਜੋ ਇੰਗਲੈਂਡ ਦੀ ਸੰਸਦ ਨੂੰ ਪਤਾ ਲੱਗੇ ਕਿ ਈਸਟ ਇੰਡੀਆ ਕੰਪਨੀ ਦੇ ਅਧਿਕਾਰੀ ਭਾਰਤ ਵਿੱਚ ਕੀ ਕਰ ਰਹੇ ਹਨ। ਤਾਂ 1773 ਦੇ ਰੈਗੂਲੇਟਿੰਗ ਐਕਟ ਦੇ ਤਹਿਤ ਵਾਰਨ ਹੈਸਟਿੰਗ ਬੰਗਾਲ ਦਾ ਪਹਿਲਾ ਗਵਰਨਰ ਜਨਰਲ ਬਣਿਆ ਸੀ, ਅਤੇ ਸਭ ਤੋਂ ਪਹਿਲਾਂ ਉਸਨੇ ਸ਼ੁਰੂ ਕੀਤੀ ਸੀ ਠੇਕੇ 'ਤੇ ਭੂਮੀ ਦੇਣ ਦਾ ਪ੍ਰਬੰਧ, ਜਾਂ ਜਿਸ ਨੂੰ ਕਿਹਾ ਜਾਂਦਾ ਗਾ ਇਜਾਰੇਦਾਰੀ। ਲਾਰਡ ਵਾਰਨ ਹੈਸਟਿੰਗ ਨੇ ਲਗਾਨ ਇਕੱਠਾ ਕਰਨ ਲਈ 5 ਸਾਲਾਂ ਠੇਕੇ ਦਾ ਪ੍ਰਬੰਧ ਕੀਤਾ। ਸਭ ਤੋਂ ਪਹਿਲਾਂ ਇਸ ਅਨੁਸਾਰ ਸਭ ਤੋਂ ਵੱਧ ਬੋਲੀ ਦੇਣ ਵਾਲਿਆਂ ਨੂੰ 5 ਸਾਲਾਂ ਲਈ ਭੂਮੀ ਕਰ ਇਕੱਠਾ ਕਰਨ ਦਾ ਅਧਿਕਾਰ ਦਿੱਤਾ ਗਿਆ। ਠੇਕਾ ਭਾਵ ਮੰਨ ਲਓ ਜੀ 10 ਏਕੜ ਦੀ ਜ਼ਮੀਨ ਹੈ, ਤਾਂ ਉਸ ਦੇ ਉੱਤੇ ਜਿਹੜਾ ਜ਼ਿਮੀਂਦਾਰ ਵੱਧ ਠੇਕਾ ਬੋਲੀ ਦਿੰਦਾ ਸੀ, ਕਿ ਮੈਂ 10 ਏਕੜ ਜ਼ਮੀਨ ਦਾ ਹਰੇਕ ਸਾਲ 10 ਲੱਖ ਰੁਪਇਆ ਦੇਵਾਂਗਾ, ਜਾਂ 5 ਲੱਖ ਰੁਪਇਆ ਦੇਵਾਂਗਾ, ਜਾਂ 3 ਲੱਖ ਰੁਪਇਆ ਦੇਵਾਂਗਾ, ਜੋ ਬੋਲੀ ਵੱਧ ਦਿੰਦਾ ਉਸ ਤੋਂ ਬੋਲੀ ਉੱਤੇ ਉਹ ਜ਼ਮੀਨ ਦੇ ਦਿੱਤੀ ਜਾਂਦੀ, ਅਤੇ ਉਹ ਆਪਣੀ ਮਨਮਰਜ਼ੀ ਨਾਲ, ਭਾਵ ਅੰਗਰੇਜ਼ਾਂ ਨੂੰ ਇੱਕ ਨਿਸ਼ਚਿਤ ਕੀਤੀ ਮਾਤਰਾ ਜੋ ਕਰਦੇ ਸਨ ਕੀਮਤ, ਉਹ ਦੇ ਦਿੰਦਾ ਸੀ, ਅਤੇ ਫਿਰ ਆਪਣੀ ਮਰਜ਼ੀ ਦੇ ਨਾਲ ਉਹ ਕਿਸਾਨਾਂ ਦੇ ਕੋਲੋਂ ਲਗਾਨ ਇਕੱਠਾ ਕਰਦੇ ਸਨ। ਲਾਰਡ ਵਾਰਨ ਹੈਸਟਿੰਗ ਨੇ ਲਗਾਨ ਇਕੱਠਾ ਕਰਨ ਲਈ 5 ਸਾਲਾ ਠੇਕੇ ਦਾ ਪ੍ਰਬੰਧ ਕੀਤਾ। ਇਸ ਅਨੁਸਾਰ ਸਭ ਤੋਂ ਵੱਧ ਬੋਲੀ ਦੇਣ ਵਾਲਿਆਂ ਨੂੰ 5 ਸਾਲਾਂ ਲਈ ਭੂਮੀ ਕਰ ਇਕੱਠਾ ਕਰਨ ਦਾ ਅਧਿਕਾਰ ਦਿੱਤਾ ਗਿਆ। ਫਿਰ ਉਹ 5 ਸਾਲਾਂ ਲਈ ਆਪਣੀ ਮਨਮਰਜ਼ੀ ਨਾਲ ਭੂਮੀ ਕਰ ਇਕੱਠਾ ਕਰਦੇ ਸਨ ਜ਼ਿਮੀਂਦਾਰ। ਪਰੰਤੂ 1777 ਵਿੱਚ ਉਸਨੇ 5 ਸਾਲਾ ਠੇਕੇ ਦੀ ਥਾਂ 1 ਸਾਲਾ ਠੇਕੇ ਦਾ ਪ੍ਰਬੰਧ ਸ਼ੁਰੂ ਕੀਤਾ। ਇਸ ਅਨੁਸਾਰ ਠੇਕੇਦਾਰ ਕਿਸਾਨਾਂ ਨੂੰ ਵੱਧ ਤੋਂ ਵੱਧ ਲੁੱਟਦੇ, ਇਸ ਕਾਰਨ ਕਿਸਾਨਾਂ ਦੀ ਆਰਥਿਕ ਹਾਲਤ ਖਰਾਬ ਹੋ ਗਈ। ਇਸ ਕਰਕੇ ਲਾਰਡ ਕਾਰਨਵਾਲਿਸ ਨੇ 1793 ਵਿੱਚ ਬੰਗਾਲ ਅਤੇ ਬਿਹਾਰ ਦੇ ਪ੍ਰਾਂਤਾਂ ਵਿੱਚ ਸਥਾਈ ਬੰਦੋਬਸਤ ਪ੍ਰਬੰਧ ਸ਼ੁਰੂ ਕੀਤਾ। ਤਾਂ ਇੱਥੋਂ ਕੁਐਸਚਨ ਇਹ ਨਿਕਲ ਕੇ ਆਉਂਦਾ ਕਿ ਇਜਾਰੇਦਾਰੀ ਜਾਂ ਠੇਕੇ 'ਤੇ ਭੂਮੀ ਦੇਣ ਦਾ ਪ੍ਰਬੰਧ ਸਭ ਤੋਂ ਪਹਿਲਾਂ ਕਿਹਨੇ ਸ਼ੁਰੂ ਕੀਤਾ ਸੀਗਾ? ਲਾਰਡ ਵਾਰਨ ਹੈਸਟਿੰਗ ਨੇ। ਸਭ ਤੋਂ ਪਹਿਲਾਂ 5 ਸਾਲਾਂ ਦੇ ਲਈ। ਫਿਰ ਕੁਐਸਚਨ ਨਿਕਲਦਾ ਉਸਨੇ 1 ਸਾਲ ਲਈ ਕਦੋਂ ਕੀਤਾ? 1777 ਈਸਵੀ ਦੇ ਵਿੱਚ ਕੀਤਾ ਸੀ। ਅਤੇ ਫਿਰ ਇਸ ਤੋਂ ਅਗਲਾ ਸਥਾਈ ਬੰਦੋਬਸਤ, ਪਰਮਾਨੈਂਟ ਸੈਟਲਮੈਂਟ। 1793 ਵਿੱਚ ਲਾਰਡ ਕਾਰਨਵਾਲਿਸ ਨੇ ਬੰਗਾਲ ਵਿੱਚ ਸਥਾਈ ਬੰਦੋਬਸਤ ਲਗਾਨ ਪ੍ਰਬੰਧ ਸ਼ੁਰੂ ਕੀਤਾ। ਅਤੇ ਕੁਐਸਚਨ ਇਹ ਵੀ ਬਣਦਾ ਵੀ ਕਿੱਥੇ ਸ਼ੁਰੂ ਕੀਤਾ ਸੀ, ਕਿਹਨੇ ਕੀਤਾ ਸੀ, ਕਦੋਂ ਕੀਤਾ ਸੀ? ਸਥਾਈ ਬੰਦੋਬਸਤ। ਕੁਐਸਚਨ ਇਹ ਵੀ ਬਣਦਾ ਵੀ
ਲਾਰਡ ਕਾਰਨਵਾਲਿਸ ਨੇ ਕਿਹੜਾ ਬੰਦੋਬਸਤ ਸ਼ੁਰੂ ਕੀਤਾ ਸੀ? ਤਾਂ ਸਥਾਈ ਬੰਦੋਬਸਤ, ਪਰਮਾਨੈਂਟ ਸੈਟਲਮੈਂਟ। 1793 ਵਿੱਚ ਲਾਰਡ ਕਾਰਨਵਾਲਿਸ ਨੇ ਸਭ ਤੋਂ ਪਹਿਲਾਂ ਬੰਗਾਲ ਵਿੱਚ ਸ਼ੁਰੂ ਕੀਤਾ ਸੀ, ਫਿਰ ਬਾਅਦ ਦੇ ਵਿੱਚ ਉਸਨੇ ਬਿਹਾਰ, ਉੜੀਸਾ, ਬਨਾਰਸ ਅਤੇ ਉੱਤਰੀ ਭਾਰਤ ਵਿੱਚ ਵੀ ਲਾਗੂ ਕੀਤਾ। ਬਾਅਦ ਵਿੱਚ ਉਸਨੇ ਬਿਹਾਰ, ਉੜੀਸਾ, ਬਨਾਰਸ, ਭਾਵ ਸਭ ਤੋਂ ਪਹਿਲਾਂ ਬੰਗਾਲ ਦੇ ਵਿੱਚ, ਫਿਰ ਬਿਹਾਰ, ਨਾ ਲੱਗਦੇ ਸੀ ਇਹ, ਬਿਹਾਰ, ਉੜੀਸਾ, ਬਨਾਰਸ ਅਤੇ ਉੱਤਰੀ ਭਾਰਤ ਵਿੱਚ ਵੀ ਲਾਗੂ ਕੀਤਾ। ਇਸ ਪ੍ਰਬੰਧ ਅਨੁਸਾਰ ਜ਼ਿਮੀਂਦਾਰਾਂ ਨੂੰ ਹਮੇਸ਼ਾ ਲਈ ਸਥਾਈ ਭੂਮੀ ਦੇ ਮਾਲਕ ਬਣਾ ਦਿੱਤਾ ਗਿਆ। ਉਹਨਾਂ ਦੁਆਰਾ ਸਰਕਾਰ ਨੂੰ ਦਿੱਤਾ ਜਾਣ ਵਾਲਾ ਲਗਾਨ ਨਿਸ਼ਚਿਤ ਕਰ ਦਿੱਤਾ ਗਿਆ, ਜੋ ਜ਼ਿਮੀਂਦਾਰ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਂਦੇ ਸਨ। ਜੇਕਰ ਉਹ ਕਿਸੇ ਕਾਰਨ ਅਜਿਹਾ ਨਹੀਂ ਕਰਦੇ ਸਨ ਤਾਂ ਸਰਕਾਰ ਉਹਨਾਂ ਦੀ ਜ਼ਮੀਨ ਦਾ ਕੁਝ ਹਿੱਸਾ ਵੇਚ ਕੇ ਲਗਾਨ ਦੀ ਰਕਮ ਪੂਰੀ ਕਰ ਲੈਂਦੀ ਸੀ। ਜ਼ਿਮੀਂਦਾਰਾਂ ਨੂੰ ਇਹ ਅਧਿਕਾਰ ਸੀ ਕਿ ਉਹ ਕਿਸਾਨਾਂ ਤੋਂ ਆਪਣੀ ਮਰਜ਼ੀ ਅਨੁਸਾਰ ਲਗਾਨ ਇਕੱਠਾ ਕਰਨ। ਤਾਂ ਸਥਾਈ ਬੰਦੋਬਸਤ ਸ਼ੁਰੂ ਕੀਤਾ 1793 ਵਿੱਚ ਲਾਰਡ ਕਾਰਨਵਾਲਿਸ ਨੇ, ਸਭ ਤੋਂ ਪਹਿਲਾਂ ਬੰਗਾਲ ਦੇ ਵਿੱਚ, ਫਿਰ ਬਿਹਾਰ, ਉੜੀਸਾ, ਬਨਾਰਸ, ਫਿਰ ਹੌਲੀ ਹੌਲੀ ਉੱਤਰੀ ਭਾਰਤ ਵਿੱਚ। ਕੀ ਸੀਗਾ ਇਹ? ਇਸ ਦੇ ਵਿੱਚ ਸਰਕਾਰ ਦੇ ਨਾਲ ਜ਼ਿਮੀਂਦਾਰਾਂ ਦਾ ਇੱਕ ਪੱਕਾ ਨਿਸ਼ਚਿਤ ਹੋ ਗਿਆ ਵੀ ਉਹ ਇੰਨਾ ਲਗਾਨ ਜਮ੍ਹਾਂ ਕਰਾਇਆ ਕਰਨਗੇ ਸਰਕਾਰੀ ਖਜ਼ਾਨੇ ਵਿੱਚ, ਅਤੇ ਉਹਨਾਂ ਨੂੰ ਜ਼ਮੀਨ ਦੇ ਸਦਾ ਲਈ ਮਾਲਕ ਮੰਨ ਲਿਆ ਗਿਆ, ਅਤੇ ਉਹ ਹਰ ਸਾਲ ਨਿਸ਼ਚਿਤ ਜੋ ਤੈਅ ਕੀਤੀ ਗਈ ਸੀ ਕੀਮਤ ਉਹ ਜਮ੍ਹਾਂ ਕਰਾਉਂਦੇ ਸਨ। ਅਤੇ ਜੇਕਰ ਕਈ ਵਾਰ ਕੋਈ ਜ਼ਿਮੀਂਦਾਰ ਇਹ ਰਕਮ ਜਮ੍ਹਾਂ ਨਹੀਂ ਕਰਾਉਂਦਾ ਸੀ ਤਾਂ ਉਸ ਨੂੰ ਦਿੱਤੀ ਗਈ ਭੂਮੀ ਦਾ ਕੁਝ ਹਿੱਸਾ ਵੇਚ ਕੇ ਕਿਸੇ ਹੋਰ ਜ਼ਿਮੀਂਦਾਰ ਨੂੰ ਵੇਚ ਕੇ ਉਹ ਕੀਮਤ ਪੂਰੀ ਕਰ ਲਈ ਜਾਂਦੀ ਸੀ। ਤਾਂ ਇਸ ਦੇ ਕੀ ਦੋਸ਼ ਸਨ, ਕੀ ਫਾਲਟ ਸਨ ਇਸ ਸਥਾਈ ਬੰਦੋਬਸਤ ਦੇ, ਪਰਮਾਨੈਂਟ ਸੈਟਲਮੈਂਟ ਦੇ? ਸਭ ਤੋਂ ਪਹਿਲਾਂ ਤਾਂ ਜੇ ਦੇਖਿਆ ਜਾਵੇ ਕਿ ਜ਼ਿਮੀਂਦਾਰ ਕਿਸਾਨਾਂ ਉੱਤੇ ਅਤਿਆਚਾਰ ਕਰਦੇ ਸਨ, ਕਿਉਂਕਿ ਜ਼ਿਮੀਂਦਾਰ ਇੱਕ ਵਾਰ ਸਰਕਾਰ ਨਾਲ ਵਾਅਦਾ ਕਰ ਲੈਂਦੇ ਸਨ ਕਿ ਹਰ ਸਾਲ ਇੰਨੀ ਰਕਮ ਜਮ੍ਹਾਂ ਕਰਾਇਆ ਕਰਾਂਗੇ, ਤਾਂ ਫਿਰ ਸਰਕਾਰ ਦਾ ਸਿਰਫ ਮਕਸਦ ਸੀ ਰੁਪਈਆ ਇਕੱਠਾ ਕਰਨਾ, ਭਾਰਤ ਦਾ ਆਰਥਿਕ ਸ਼ੋਸ਼ਣ ਕਰਨਾ। ਤਾਂ ਸਰਕਾਰ ਕਿਸਾਨਾਂ ਵੱਲ ਕੋਈ ਧਿਆਨ ਨਹੀਂ ਦਿੰਦੀ ਸੀ, ਤਾਂ ਜ਼ਿਮੀਂਦਾਰ ਆਪਣੀ ਮਰਜ਼ੀ ਦੇ ਨਾਲ ਧਨ ਇਕੱਠਾ ਕਰਦੇ ਸਨ ਅਤੇ ਕਿਸਾਨਾਂ ਉੱਤੇ ਅਤਿਆਚਾਰ ਕਰਦੇ ਸਨ। ਸਰਕਾਰ ਨੂੰ ਇਸ ਨਾਲ ਆਰਥਿਕ ਹਾਨੀ ਹੋਈ, ਕਿਉਂਕਿ ਉਸ ਦੀ ਆਮਦਨ, ਉਸ ਦਾ ਭੂਮੀ ਕਰ ਤਾਂ ਨਿਸ਼ਚਿਤ ਸੀ, ਪਰੰਤੂ ਉਸ ਦਾ ਖਰਚ ਵਧ ਰਿਹਾ ਸੀ। ਸਰਕਾਰ ਨੂੰ ਇਸ ਦੀ ਆਰਥਿਕ ਹਾਨੀ ਕਿਉਂ ਹੋਈ? ਜੋ ਉਸਨੇ ਨਿਸ਼ਚਿਤ ਕੀਤਾ ਸੀਗਾ ਉਸ ਨੂੰ ਤਾਂ ਹਰ ਸਾਲ ਓਨਾ ਹੀ ਪੈਸਾ ਮਿਲਦਾ ਸੀ, ਉਹੀ ਰਕਮ ਮਿਲਦੀ ਸੀ, ਉਹੀ ਭੂਮੀ ਕਰ ਮਿਲਦਾ ਸੀ। ਪਰ ਜੇਕਰ ਕਿਸੇ ਸਾਲ ਫਸਲ ਜ਼ਿਆਦਾ ਹੋ ਜਾਂਦੀ ਤਾਂ ਉਸ ਦਾ ਫਾਇਦਾ ਕਿਹਨੂੰ ਹੁੰਦਾ ਸੀ? ਜ਼ਿਮੀਂਦਾਰਾਂ ਨੂੰ। ਤਾਂ ਸਰਕਾਰ ਨੂੰ ਕੋਈ ਜ਼ਿਆਦਾ ਫਾਇਦਾ ਨਾ ਹੋਇਆ। ਹਾਂ, ਇੱਕ ਗੱਲ ਸੀ ਵੀ ਸਰਕਾਰ ਨੂੰ ਇੱਕ ਨਿਸ਼ਚਿਤ ਮਾਤਰਾ ਵਿੱਚ ਆਮਦਨ ਹੋ ਗਈ ਸੀ ਅਤੇ ਉਸ ਦੇ ਅਨੁਸਾਰ ਉਹ ਆਪਣੇ ਖਰਚਿਆਂ ਨੂੰ ਕਰ ਲੈਂਦੀ ਸੀ ਕਿ ਇਸ ਸਾਲ ਇੰਨੀ ਆਮਦਨ ਹੋਵੇਗੀ ਅਤੇ ਇੰਨਾ ਖਰਚ ਕਰਨਾ ਹੈ। ਪਰ ਹੌਲੀ ਹੌਲੀ ਕਰਦੇ ਜਿਉਂ-ਜਿਉਂ ਬ੍ਰਿਟਿਸ਼ ਸ਼ਾਸਨ ਵੱਧਦਾ ਗਿਆ ਤਾਂ ਉਸ ਦੇ ਖਰਚੇ ਵੀ ਵਧਣੇ ਸ਼ੁਰੂ ਹੋ ਗਏ, ਪਰ ਜੋ ਆਮਦਨ ਸੀ ਉਹ ਇੱਕ ਨਿਸ਼ਚਿਤ ਸੀ। ਇਸ ਨਾਲ ਸਰਕਾਰ ਨੂੰ ਵੀ ਆਰਥਿਕ ਹਾਨੀ ਹੋਈ। ਕਰ ਦਾ ਬੋਝ ਖੇਤੀਬਾੜੀ ਨਾ ਕਰਨ ਵਾਲੇ ਹੋਰ ਧੰਦੇ ਦੇ ਲੋਕਾਂ ਉੱਤੇ ਪੈਣ ਲੱਗਾ। ਸਰਕਾਰ ਦਾ ਕਿਸਾਨਾਂ ਨਾਲ ਕੋਈ ਸਿੱਧਾ ਸੰਪਰਕ ਨਹੀਂ ਸੀ, ਕਿਉਂਕਿ ਜ਼ਿਮੀਂਦਾਰ ਵਿਚੋਲੇ ਸਨ। ਸਰਕਾਰ ਦਾ ਕਿਸਾਨਾਂ ਨਾਲ ਕੋਈ ਮਤਲਬ ਨਹੀਂ ਸੀ ਕਿ ਉਹਨਾਂ ਦੀ ਹਾਲਤ ਕਿਹੋ ਜਿਹੀ ਹੈ। ਜੋ ਆਮ ਕਿਸਾਨ ਸੀ ਉਹਨਾਂ ਦੀ ਹਾਲਤ ਬੜੀ ਮਾੜੀ ਹੋ ਗਈ ਸੀ। ਸਥਾਈ ਬੰਦੋਬਸਤ ਨੇ ਬਹੁਤ ਸਾਰੇ ਜ਼ਿਮੀਂਦਾਰਾਂ ਨੂੰ ਆਲਸੀ ਅਤੇ ਐਸ਼ ਪਸੰਦ ਬਣਾ ਦਿੱਤਾ ਗਿਆ, ਕਿਉਂਕਿ ਜ਼ਿਮੀਂਦਾਰ ਸਰਕਾਰ ਨੂੰ ਨਿਸ਼ਚਿਤ ਮਾਤਰਾ ਵਿੱਚ ਜੋ ਲਗਾਨ ਸੀ ਉਹ ਜਮ੍ਹਾਂ ਕਰਾ ਦਿੰਦੇ ਸਨ ਅਤੇ ਆਪ ਉਹ ਕੁਝ ਨਹੀਂ ਕਰਦੇ ਸਨ, ਅਤੇ ਸਾਰਾ ਸਾਲ ਆਪ ਉਹ ਐਸ਼ ਕਰਦੇ ਸਨ ਅਤੇ ਕਿਸਾਨਾਂ ਤੋਂ ਆਪਣੀ ਮਰਜ਼ੀ ਦੇ ਨਾਲ ਲਗਾਨ ਇਕੱਠਾ ਕਰਦੇ ਸਨ, ਜਿਸ ਨਾਲ ਉਹ ਆਲਸੀ ਅਤੇ ਐਸ਼ ਪਸੰਦ ਬਣ ਗਏ। ਇਸ ਤਰ੍ਹਾਂ ਸਭ ਤੋਂ ਪਹਿਲਾਂ ਇਜਾਰੇਦਾਰੀ ਜਾਂ ਠੇਕੇ 'ਤੇ ਸ਼ੁਰੂ ਕੀਤਾ ਲਾਰਡ ਵਾਰਨ ਹੈਸਟਿੰਗ ਨੇ। ਫਿਰ ਸਥਾਈ ਬੰਦੋਬਸਤ, ਪਰਮਾਨੈਂਟ ਸੈਟਲਮੈਂਟ 1793 ਵਿੱਚ ਲਾਰਡ ਕਾਰਨਵਾਲਿਸ ਨੇ ਬੰਗਾਲ, ਬਿਹਾਰ, ਉੜੀਸਾ ਵਿੱਚ ਪੱਕੇ ਜ਼ਿਮੀਂਦਾਰਾਂ ਨੂੰ ਮਾਲਕ ਬਣਾ ਦਿੱਤਾ ਗਿਆ। ਉਸ ਤੋਂ ਅੱਗੇ ਆ ਗਿਆ ਰਿਤਬਾੜੀ। ਰਿਤ ਭਾਵ ਹੁੰਦਾ ਕਿਸਾਨ, ਸਿੱਧਾ ਕਿਸਾਨ ਦੇ ਨਾਲ। ਜਦੋਂ ਸਰਕਾਰ ਨੇ ਅੱਗੇ ਦੇਖਿਆ ਕਿ ਜ਼ਿਮੀਂਦਾਰ ਸ਼ੋਸ਼ਣ ਕਰ ਰਹੇ ਨੇ ਕਿਸਾਨਾਂ ਦਾ ਅਤੇ ਜ਼ਿਮੀਂਦਾਰ ਨਿਸ਼ਚਿਤ ਮਾਤਰਾ ਵਿੱਚ ਲਗਾਨ ਜਮ੍ਹਾਂ ਨਹੀਂ ਕਰਾਉਂਦੇ, ਤਾਂ ਫਿਰ ਸਰਕਾਰ ਨੇ ਇੱਕ ਨੀਤੀ ਹੋਰ ਅਪਣਾਈ ਕਿ ਸਿੱਧਾ ਕਿਸਾਨਾਂ ਦੇ ਨਾਲ ਹੀ ਇਹ ਕੰਮ ਕਿਉਂ ਨਾ ਕੀਤਾ ਜਾਵੇ। ਤਾਂ ਸਥਾਈ ਬੰਦੋਬਸਤ ਦੇ ਦੋਸ਼ ਨੂੰ ਦੂਰ ਕਰਨ ਲਈ 1830 ਵਿੱਚ ਇੱਕ ਅੰਗਰੇਜ਼ ਅਫਸਰ ਥਾਮਸ ਮੁਨਰੋ 1820 ਵਿੱਚ ਇੱਕ ਅੰਗਰੇਜ਼ ਅਫਸਰ ਥਾਮਸ ਮੁਨਰੋ ਨੇ ਮਦਰਾਸ ਅਤੇ ਮੁੰਬਈ ਵਿੱਚ ਰਤੀਆਬਾੜੀ ਪ੍ਰਬੰਧ ਲਾਗੂ ਕੀਤਾ। ਰਤੀਆਬਾੜੀ ਭਾਵ ਸਿੱਧਾ ਕਿਸਾਨ ਦੇ ਨਾਲ। ਇਸ ਪ੍ਰਬੰਧ ਦੇ ਅਨੁਸਾਰ ਸਰਕਾਰ ਨੇ ਕਿਸਾਨਾਂ ਤੋਂ ਸਿੱਧਾ ਲਗਾਨ
ਸਿੱਧਾ ਭੂਮੀ ਲਗਾਨ ਲੈਣ ਦਾ ਫੈਸਲਾ ਕੀਤਾ ਅਤੇ ਕਿਸਾਨਾਂ ਨੂੰ ਭੂਮੀ ਦੇ ਮਾਲਕ ਬਣਾ ਦਿੱਤਾ ਗਿਆ। ਲਗਾਨ ਅਦਾ ਕਰਨ ਲਈ ਕਿਸਾਨਾਂ ਨੂੰ ਸ਼ਾਹੂਕਾਰਾਂ ਤੋਂ ਕਰਜ਼ਾ ਵੀ ਲੈਣਾ ਪੈਂਦਾ ਸੀ, ਕਿਉਂਕਿ ਕਿਸਾਨਾਂ ਨੂੰ ਸਿੱਧਾ ਮਾਲਕ ਬਣਾ ਦਿੱਤਾ ਗਿਆ। ਵਿਚਕਾਰ ਜੇ ਵਿਚੋਲੇ ਸੀ ਜ਼ਿਮੀਂਦਾਰ ਦੀ, ਉਹ ਕੱਢ ਦਿੱਤੇ ਗਏ। ਇਸ ਪ੍ਰਬੰਧ ਅਨੁਸਾਰ ਭੂਮੀ ਲਗਾਨ ਦੀ ਰਕਮ ਹਰੇਕ 20 ਤੋਂ 30 ਸਾਲਾਂ ਪਿੱਛੋਂ ਵਧਾ ਦਿੱਤੀ ਜਾਂਦੀ ਸੀ, ਵੀ 20 ਸਾਲਾਂ ਤੱਕ ਉਹੀ ਅਤੇ 20 ਤੋਂ 30 ਸਾਲਾਂ ਬਾਅਦ, ਕਿਉਂਕਿ ਦੇਖਿਆ ਗਿਆ ਸੀ ਕਿ ਸਥਾਈ ਬੰਦੋਬਸਤ ਇੱਕ ਸਥਾਈ ਹੋ ਗਿਆ, ਜਿਸ ਦੇ ਨਾਲ ਸਰਕਾਰ ਦੀ ਆਮਦਨ ਵਿੱਚ ਕੋਈ ਵਾਧਾ ਨਹੀਂ ਸੀ, ਉਹ ਨਿਸ਼ਚਿਤ ਸੀ। ਤਾਂ ਇਸ ਪ੍ਰਬੰਧ ਦੇ ਅਨੁਸਾਰ ਇਹ ਗੱਲ ਨਾਲ ਜੁੜੀ ਗਈ ਕਿ ਜਿਹੜਾ ਇਹ ਪ੍ਰਬੰਧ ਹੋਵੇਗਾ ਸਿੱਧਾ ਕਿਸਾਨ ਦੇ ਨਾਲ ਹੋਵੇਗਾ। ਦੂਜੀ ਗੱਲ, ਹਰੇਕ 20 ਜਾਂ 30 ਸਾਲਾਂ ਬਾਅਦ ਇਸ ਦੇ ਲਗਾਨ ਵਿੱਚ ਵਾਧਾ ਕੀਤਾ ਜਾਵੇਗਾ। ਸ਼ੁਰੂ ਕੀਤਾ ਸੀ ਇਹ ਥੋਮਸ ਮੁਨਰੋ ਨੇ, ਜੋ ਕਿ ਇੱਕ ਅੰਗਰੇਜ਼ ਅਧਿਕਾਰੀ ਸੀ। ਇਹ ਕੁਐਸਚਨ ਬੜੇ ਆਉਂਦੇ ਨੇ ਕਿ ਇਹ ਪ੍ਰਬੰਧ ਕਿਸ ਨੇ ਸ਼ੁਰੂ ਕੀਤਾ ਅਤੇ ਕਦੋਂ ਕੀਤਾ। ਜਿਵੇਂ ਸਥਾਈ ਬੰਦੋਬਸਤ ਲਾਰਡ ਕਾਰਨਵਾਲਿਸ ਨੇ 1793 ਵਿੱਚ ਕੀਤਾ ਸੀ, ਬੰਗਾਲ, ਬਿਹਾਰ, ਉੜੀਸਾ ਵਿੱਚ। ਰਤਿਆਬਾੜੀ 1820 ਵਿੱਚ ਥੋਮਸ ਮੁਨਰੋ ਨੇ ਮਦਰਾਸ ਅਤੇ ਮੁੰਬਈ ਦੇ ਵਿੱਚ ਸਿੱਧਾ ਕਿਸਾਨਾਂ ਦੇ ਨਾਲ ਸੰਪਰਕ ਕੀਤਾ ਗਿਆ ਸੀ ਅਤੇ ਹਰੇਕ 20 ਤੋਂ 30 ਸਾਲਾਂ ਪਿੱਛੋਂ ਇਹ ਰਕਮ ਵਧਾ ਦਿੱਤੀ ਜਾਂਦੀ ਸੀ। ਚੌਥਾ ਆ ਗਿਆ ਮਹਿਲਵਾੜੀ। ਮਹਿਲ ਹੋ ਗਿਆ ਪੂਰੇ ਦਾ ਪੂਰਾ ਪਿੰਡ, ਪੂਰੇ ਪਿੰਡ ਨਾਲ ਪ੍ਰਬੰਧ ਕਰਨਾ। ਅਤੇ ਜਿਹੜੀ ਰਤਿਆਬਾੜੀ ਦੀ ਇਹ ਦੋਸ਼ ਕੀਤੀ ਗਏ, ਰਤਿਆਬਾੜੀ ਪ੍ਰਬੰਧ ਅਧੀਨ ਜ਼ਿਮੀਂਦਾਰਾਂ ਦੀ ਬਜਾਏ ਸਰਕਾਰ ਕਿਸਾਨਾਂ ਦਾ ਸ਼ੋਸ਼ਣ ਕਰਦੀ ਸੀ। ਹੁਣ ਸਰਕਾਰ ਨੇ ਸਿੱਧਾ ਸ਼ੋਸ਼ਣ ਕਰਨਾ, ਕਿਉਂਕਿ ਇਹਦਾ ਆਰਥਿਕ ਸ਼ੋਸ਼ਣ ਕਰਨਾ ਹੀ ਮਕਸਦ ਸੀ। ਕਿਸਾਨਾਂ ਤੋਂ ਉਪਜ ਦਾ ਕਾਫੀ ਹਿੱਸਾ ਲਗਾਨ ਦੇ ਰੂਪ ਵਿੱਚ ਲੈ ਲਿਆ ਜਾਂਦਾ ਸੀ। ਕਈ ਗਰੀਬ ਕਿਸਾਨਾਂ ਨੂੰ ਲਗਾਨ ਦੀ ਰਕਮ ਅਦਾ ਕਰਨ ਲਈ ਸ਼ਾਹੂਕਾਰਾਂ ਤੋਂ ਕਰਜ਼ੇ ਲੈਣ ਬਦਲੇ ਆਪਣੀਆਂ ਜ਼ਮੀਨਾਂ ਗਹਿਣੇ ਰੱਖਣੀਆਂ ਪੈਂਦੀਆਂ ਸਨ, ਕਿਉਂਕਿ ਕਈ ਵਾਰ ਫਸਲ ਚੰਗੀ ਨਹੀਂ ਹੁੰਦੀ ਸੀ, ਮੀਂਹ ਪੈ ਜਾਂਦਾ, ਸੋਕਾ ਪੈ ਜਾਂਦਾ ਤਾਂ ਫਸਲ ਮਰ ਜਾਂਦੀ। ਪਰ ਕਿਸਾਨਾਂ ਨੂੰ ਤਾਂ ਕੀਤੇ ਹੋਏ ਵਾਅਦੇ ਅਨੁਸਾਰ ਆਪਣਾ ਜੋ ਲਗਾਨ ਦਾ ਰਕਮ ਸੀ ਜਮ੍ਹਾਂ ਕਰਾਉਣੀ ਹੀ ਪੈਂਦੀ ਸੀ। ਤਾਂ ਉਹ ਕਰਜ਼ੇ ਹੇਠ ਆ ਗਏ ਅਤੇ ਉਹਨਾਂ ਨੂੰ ਆਪਣੇ ਜੋ ਜ਼ਮੀਨ ਸੀ ਉਹਨਾਂ ਨੂੰ ਵੀ, ਜਿਸ ਤਰ੍ਹਾਂ ਪਹਿਲਾਂ ਜ਼ਿਮੀਂਦਾਰਾਂ ਦਾ ਹਿੱਸਾ ਵੇਚਿਆ ਜਾਂਦਾ ਸੀ, ਤਾਂ ਕਿਸਾਨਾਂ ਨੂੰ ਵੀ ਆਪਣੀ ਜ਼ਮੀਨ ਵੇਚਣੀ ਪਈ। ਤਾਂ ਮਹਿਲਵਾੜੀ ਪ੍ਰਬੰਧ। ਰਤਿਆਬਾੜੀ ਲਗਾਨ ਪ੍ਰਬੰਧ ਦੇ ਦੋਸ਼ਾਂ ਨੂੰ ਦੂਰ ਕਰਨ ਲਈ ਉੱਤਰ ਪ੍ਰਦੇਸ਼, ਪੰਜਾਬ ਅਤੇ ਮੱਧ ਭਾਰਤ, ਉੱਤਰ ਪ੍ਰਦੇਸ਼, ਯੂਪੀ, ਪੰਜਾਬ ਅਤੇ ਮੱਧ ਭਾਰਤ ਦੇ ਕੁਝ ਇਲਾਕਿਆਂ ਵਿੱਚ ਮਹਿਲਵਾੜੀ ਲਗਾਨ ਪ੍ਰਬੰਧ ਸ਼ੁਰੂ ਕੀਤਾ ਗਿਆ। ਉੱਤਰ ਪ੍ਰਦੇਸ਼, ਪੰਜਾਬ ਅਤੇ ਯੂਪੀ, ਇਹ ਪੰਜਾਬ ਅਤੇ ਮੱਧ ਪ੍ਰਦੇਸ਼, ਇਹ ਚੰਗੀ ਤਰ੍ਹਾਂ ਯਾਦ ਕਰ ਲਿਓ, ਬੜੇ ਕੁਐਸਚਨ ਆਉਂਦੇ ਨੇ ਪੇਪਰਾਂ 'ਚ ਇਹ। ਉੱਤਰ ਪ੍ਰਦੇਸ਼, ਪੰਜਾਬ ਅਤੇ ਮੱਧ ਪ੍ਰਦੇਸ਼ ਦੇ ਕੁਝ ਇਲਾਕਿਆਂ ਵਿੱਚ ਮਹਿਲਵਾੜੀ ਲਗਾਨ ਪ੍ਰਬੰਧ ਸ਼ੁਰੂ ਕੀਤਾ ਗਿਆ। ਮਹਿਲ ਹੋ ਗਿਆ ਪੂਰਾ ਪਿੰਡ। ਤਾਂ ਪੰਜਾਬ ਦੇ ਵਿੱਚ ਮਹਿਲ, ਤਾਂ ਜਿਹੜੇ ਪੰਜਾਬ ਦੇ ਵਿਦਿਆਰਥੀ ਤਿਆਰੀ ਕਰ ਰਹੇ ਨੇ ਉਹ ਖਾਸ ਕਰਕੇ ਯਾਦ ਕਰ ਲੈਣ ਮਹਿਲਵਾੜੀ ਨੂੰ, ਕਿ ਪੰਜਾਬ ਦੇ ਵਿੱਚ, ਉੱਤਰ ਪ੍ਰਦੇਸ਼ ਦੇ ਵਿੱਚ ਅਤੇ ਮੱਧ ਭਾਰਤ ਵਿੱਚ ਮਹਿਲਵਾੜੀ ਪ੍ਰਬੰਧ ਸ਼ੁਰੂ ਕੀਤਾ ਸੀ। ਇਹ ਪ੍ਰਬੰਧ ਸਮੁੱਚੇ ਭਾਈਚਾਰੇ ਨਾਲ ਕੀਤਾ ਜਾਂਦਾ ਸੀ। ਇਸ ਪ੍ਰਬੰਧ ਅਨੁਸਾਰ ਸਰਕਾਰ ਨੂੰ ਲਗਾਨ ਦੇਣ ਦੀ ਜ਼ਿੰਮੇਵਾਰੀ ਸਾਰੇ ਭਾਈਚਾਰੇ ਦੀ ਹੁੰਦੀ ਸੀ। ਇਹ ਪ੍ਰਬੰਧ ਲੰਮੇ ਸਮੇਂ ਲਈ ਕੀਤਾ ਜਾਂਦਾ ਸੀ। ਇਸ ਪ੍ਰਬੰਧ ਨੂੰ ਸਭ ਤੋਂ ਚੰਗਾ ਮੰਨਿਆ ਜਾਂਦਾ ਸੀ ਕਿਉਂਕਿ ਇਸ ਵਿੱਚ ਪਹਿਲੇ ਦੋਨਾਂ ਸਥਾਈ ਬੰਦੋਬਸਤ ਅਤੇ ਰਤਿਆਬਾੜੀ ਪ੍ਰਬੰਧ ਦੇ ਗੁਣ ਸ਼ਾਮਲ ਸਨ। ਇਹ ਵੀ ਕੁਐਸਚਨ ਬਣਦਾ ਕਿ ਸਭ ਤੋਂ ਵਧੀਆ ਪ੍ਰਬੰਧ ਕਿਹਨੂੰ ਮੰਨਿਆ ਗਿਆ? ਮਹਿਲ। ਵੈਸੇ ਵੀ ਜਿਹੜਾ ਪਰਿਵਾਰ ਵਧੀਆ, ਜਿਹੜਾ ਸੰਯੁਕਤ ਪਰਿਵਾਰ ਆ, ਪਰਿਵਾਰ ਦੀ ਆਪਸ ਵਿੱਚ ਬਣਦੀ ਹੈ, ਅਸੀਂ ਉਸ ਨੂੰ ਹੀ ਵਧੀਆ ਮੰਨਦੇ ਹਾਂ। ਖਾਸ ਕਰਕੇ ਪੰਜਾਬ ਦੇ ਵਿੱਚ ਪਰਿਵਾਰ ਬੜਾ ਇਕੱਠਾ ਰਹਿੰਦੇ ਨੇ ਅਤੇ ਇੱਕ ਮਹਿਲ ਦੀ ਤਰ੍ਹਾਂ ਰਹਿੰਦੇ ਨੇ। ਜਿਸ ਤਰ੍ਹਾਂ ਮਹਿਲ ਦੇ ਵਿੱਚ ਰਾਜੇ ਮਹਾਰਾਜਾ ਰਹਿੰਦੇ ਸਨ, ਇਸ ਤਰ੍ਹਾਂ ਪੰਜਾਬ ਦੇ ਵਿੱਚ ਵੀ ਕਈ ਪਰਿਵਾਰਾਂ ਦਾ ਆਕਾਰ ਬਹੁਤ ਵੱਡਾ ਹੋ ਜਾਂਦਾ ਅਤੇ ਪੂਰੇ ਦਾ ਪੂਰਾ ਪਰਿਵਾਰ, ਗਾਂ ਚਾਚੇ ਤਾਏ ਸਾਰੇ ਇਕੱਠੇ ਰਹਿੰਦੇ ਨੇ ਅਤੇ ਇਸ ਵਿੱਚ ਪੂਰੇ ਭਾਈਚਾਰੇ ਦੀ ਜ਼ਿੰਮੇਵਾਰੀ ਹੁੰਦੀ ਸੀ। ਇਸ ਪ੍ਰਬੰਧ ਨੂੰ ਸਭ ਤੋਂ ਚੰਗਾ ਮੰਨਿਆ ਜਾਂਦਾ ਸੀ ਕਿਉਂਕਿ ਇਸ ਵਿੱਚ ਪਹਿਲਾਂ ਦੋਨੇ ਸਥਾਈ ਬੰਦੋਬਸਤ ਅਤੇ ਰਤਿਆਬਾੜੀ ਪ੍ਰਬੰਧ ਦੇ ਗੁਣ ਸ਼ਾਮਲ ਸਨ। ਇਸ ਪ੍ਰਬੰਧ ਦਾ ਮੁੱਖ ਦੋਸ਼ ਇਹ ਸੀ ਕਿ ਇਸ ਅਨੁਸਾਰ ਲੋਕਾਂ ਨੂੰ ਬਹੁਤ ਜ਼ਿਆਦਾ ਭੂਮੀ ਲਗਾਨ ਦੇਣਾ ਪੈਂਦਾ ਸੀ। ਇਹ ਤਾਂ ਸਾਰਿਆਂ ਦੇ ਦੋਸ਼ ਸਨ ਕਿਉਂਕਿ ਸਾਰਿਆਂ ਦੇ ਉਦੇਸ਼ ਹੀ ਅੰਗਰੇਜ਼ਾਂ ਦਾ ਵੱਧ ਤੋਂ ਵੱਧ ਭੂਮੀ ਲਗਾਨ ਇਕੱਠਾ ਕਰਨਾ ਸੀ। ਇਹ ਤਿੰਨਾਂ ਚਾਰਾਂ ਦਾ ਹੀ ਉਦੇਸ਼ ਸੀ। ਅਸੀਂ ਪੜ੍ਹਿਆ ਅੱਜ ਇਜਾਰੇਦਾਰੀ ਲਾਰਡ ਵਾਰਨ ਹੈਸਟਿੰਗ ਨੇ ਸ਼ੁਰੂ ਕੀਤੀ। ਸਥਾਈ ਬੰਦੋਬਸਤ ਲਾਰਡ ਕਾਰਨਵਾਲਿਸ ਨੇ। ਬੰਗਾਲ, ਬਿਹਾਰ, ਉੜੀਸਾ ਅਤੇ ਉੱਤਰੀ ਭਾਰਤ ਵਿੱਚ ਰਤਿਆਬਾੜੀ ਥੋਮਸ ਮੁਨਰੋ ਨੇ। ਮਦਰਾਸ ਅਤੇ ਮੁੰਬਈ ਵਿੱਚ ਸਿੱਧਾ ਕਿਸਾਨ ਦੇ ਨਾਲ। ਮਹਿਲਵਾੜੀ ਪੰਜਾਬ, ਮੱਧ ਭਾਰਤ ਅਤੇ ਉੱਤਰ ਪ੍ਰਦੇਸ਼ ਦੇ ਵਿੱਚ ਕੀਤਾ, ਉਪਜਾਊ ਇਲਾਕਿਆਂ ਵਿੱਚ, ਅਤੇ ਪੂਰੇ ਮਹਿਲ ਨਾਲ ਪ੍ਰਬੰਧ ਇਸ ਦਾ ਕੀਤਾ ਜਾਂਦਾ ਸੀ। ਤਾਂ ਪਹਿਲਾ ਕੁਐਸਚਨ, ਇਜਾਰੇਦਾਰੀ ਪ੍ਰਬੰਧ ਕਿਸ ਨੇ ਸ਼ੁਰੂ ਕੀਤਾ? ਲਾਰਡ ਵਾਰਨ ਹੈਸਟਿੰਗ ਨੇ। ਸਥਾਈ ਬੰਦੋਬਸਤ ਕਦੋਂ ਅਤੇ ਕਿਸ ਨੇ? 1793 ਈਸਵੀ ਵਿੱਚ ਲਾਰਡ ਕਾਰਨਵਾਲਿਸ ਨੇ। ਮਹਿਲਵਾੜੀ ਪ੍ਰਬੰਧ ਕਿਉਂ ਸ਼ੁਰੂ ਕੀਤਾ ਗਿਆ? ਕਿਉਂਕਿ ਪਹਿਲੇ
ਰੱਤਿਆਬੜੀ ਲਗਾਨ ਪ੍ਰਬੰਧ ਦੇ ਦੋਸ਼ਾਂ ਨੂੰ ਦੂਰ ਕਰਨ ਲਈ। ਖਾਲੀ ਥਾਵਾਂ ਸਥਾਈ ਬੰਦੋਬਸਤ। ਸਥਾਈ ਬੰਦੋਬਸਤ ਵਿੱਚ ਕੀ ਕੀਤਾ ਸੀਗਾ? ਜ਼ਿਮੀਂਦਾਰ ਨੂੰ ਭੂਮੀ ਦੇ ਮਾਲਕ ਬਣਾ ਦਿੱਤਾ ਗਿਆ। ਰੱਤਿਆਬੜੀ ਪ੍ਰਬੰਧ ਵਿੱਚ ਕਿਸਾਨ ਨੂੰ। ਡੈਸ਼ ਵਿੱਚ ਲਗਾਨ ਦੇਣ ਦੀ ਜ਼ਿੰਮੇਵਾਰੀ ਸਾਰੇ ਭਾਈਚਾਰੇ ਦੀ ਹੁੰਦੀ ਸੀ ਮਹਿਲਵਾੜੀ ਪ੍ਰਬੰਧ ਵਿੱਚ। ਅਗਲਾ ਕੁਐਸਚਨ, ਇਜਾਰੇਦਾਰੀ ਅਨੁਸਾਰ 6 ਸਾਲਾ ਠੇਕੇ ਦਾ ਪ੍ਰਬੰਧ ਸੀ, ਗਲਤ ਹੈ। ਪਹਿਲਾਂ 5 ਦਾ ਕੀਤਾ ਗਿਆ, ਬਾਅਦ 'ਚ 1 ਦਾ। ਲਗਾਨ ਅਦਾ ਕਰਨ ਲਈ ਕਿਸਾਨਾਂ ਨੂੰ ਸ਼ਾਹੂਕਾਰਾਂ ਤੋਂ ਕਰਜ਼ਾ ਵੀ ਲੈਣਾ ਪੈਂਦਾ ਸੀ, ਬਿਲਕੁਲ। ਇਸੇ ਤਰ੍ਹਾਂ ਇਹੀ ਕੰਮ ਅੰਗਰੇਜ਼ੀ ਮੀਡੀਅਮ ਵਿੱਚ ਹੈ। ਅਤੇ ਜਿਸ ਤਰ੍ਹਾਂ ਅਸੀਂ ਕਿਹਾ ਲਗਾਨ ਨੂੰ ਕਹਿੰਦੇ ਨੇਗੇ ਭੂਮੀਕਰਨ ਨੂੰ ਕਿਹਾ ਜਾਂਦਾ ਲੈਂਡ ਰੈਵਨਿਊ ਪਾਲਿਸੀਜ਼ ਆਫ ਬ੍ਰਿਟਿਸ਼। ਅਤੇ ਦਾ ਮੇਨ ਪਰਪਸ ਆਫ ਦਾ ਲੈਂਡ ਰੈਵਨਿਊ ਪਾਲਿਸੀਜ਼ ਆਫ ਬ੍ਰਿਟਿਸ਼ ਵਾਸ ਟੂ ਐਕਸਟਰੈਕਟ ਐਜ਼ ਮਚ ਮਨੀ ਐਜ਼ ਪੋਸੀਬਲ। ਜਿੰਨਾ ਵੱਧ ਤੋਂ ਵੱਧ ਧਨ ਹੁੰਦਾ ਓਨਾ ਹੀ ਖਿੱਚਣਾ ਸੀ। ਤਾਂ ਸਭ ਤੋਂ ਪਹਿਲਾਂ ਆ ਗਿਆ ਇਜਾਰੇਦਾਰੀ, ਜਿਸ ਨੂੰ ਇਹ ਠੇਕੇ 'ਤੇ ਜਾਂ ਭੂਮੀ ਦੇਣ ਦੀ ਕਹਿੰਦੇ ਆ, ਉਸ ਨੂੰ ਕਹਿੰਦੇ ਨੇ ਵੀਡਿੰਗ ਸਿਸਟਮ। ਸਥਾਈ ਨੂੰ ਕਹਿੰਦੇ ਨੇ ਪਰਮਾਨੈਂਟ। ਅਤੇ ਰੱਤਿਆਬੜੀ ਹੀ ਹੁੰਦਾ, ਅਤੇ ਮਹਿਲਵਾੜੀ ਨੂੰ ਮਹਿਲਵਾੜੀ ਹੀ ਕਿਹਾ ਜਾਂਦਾ। ਅਤੇ ਹੇਠਾਂ ਇਸ ਸਲਾਈਡ ਦੇ ਅੱਜ ਵਾਲੇ ਕੰਮ ਦੇ ਜੋ ਆਇਆ ਹੈ, ਇਸ ਦੇ ਕੁਐਸਚਨ ਆਨਸਰ ਅੰਗਰੇਜ਼ੀ ਅਤੇ ਪੰਜਾਬੀ ਦੋਹਾਂ ਹੀ ਮਾਧਿਅਮਾਂ ਵਿੱਚ ਕੀਤੇ ਹੋਏ ਹਨ, ਤਾਂ ਜੋ ਵਿਦਿਆਰਥੀ ਆਪਣਾ ਕੰਮ ਕਰ ਸਕਣ। ਜੇਕਰ ਕਿਸੇ ਵਿਦਿਆਰਥੀ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਹੈ ਤਾਂ ਮੇਰੇ ਇਸ ਨੰਬਰ 'ਤੇ 98762 76777 'ਤੇ ਮੈਨੂੰ ਮੈਸੇਜ ਜਾਂ ਕਾਲ ਕਰ ਸਕਦੇ ਹਨ। ਮੇਰਾ ਨਾਮ ਪ੍ਰਦੀਪ ਬੰਸਲ, ਸਮਾਜਿਕ ਸਿੱਖਿਆ ਮਾਸਟਰ ਹਾਂ ਮੈਂ, ਅਤੇ ਮੇਰੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਬੱਚਿਆਂ ਦਾ ਫਾਇਦਾ ਕਰ ਸਕਾਂ। ਧੰਨਵਾਦ।